ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੇ ਆਖੇ ਜਾਂਦੇ ਇਤਿਹਾਸਕ ਸਰੋਤ ਸੂਰਜ ਪ੍ਰਕਾਸ਼ ਗ੍ਰੰਥ, ਜਿਸ ਨੂੰ ਕਿ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਵਾਸਤਵ ਦੇ ਵਿੱਚ ਜਿਸ ਨੂੰ 10 ਪਾਤਸ਼ਾਹੀਆਂ ਦਾ ਇਤਿਹਾਸ ਆਖਿਆ ਜਾਂਦਾ ਹੈ, ਬਹੁਤਾਤ ਦੇ ਵਿੱਚ ਉਸ ਗ੍ਰੰਥ ਦੇ ਅੰਦਰ 10 ਪਾਤਸ਼ਾਹੀਆਂ ਦੇ ਨਾਲ ਜੋੜੀਆਂ ਹੋਈਆਂ ਮਿਥਿਹਾਸਕ ਘਟਨਾਵਾਂ ਹਨ, ਕਰਾਮਾਤੀ ਘਟਨਾਵਾਂ ਹਨ, ਜਿਨ੍ਹਾਂ ਦਾ ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ ਦੂਰ ਦੂਰ ਦਾ ਵੀ ਕੋਈ ਸੰਬੰਧ ਨਹੀਂ ਜੁੜਦਾ। ਪਰ ਇਸੇ ਗ੍ਰੰਥ ਨੂੰ ਇਤਿਹਾਸਕ ਗ੍ਰੰਥ ਆਖ ਕੇ ਸਾਡੇ ਬਹੁਤਾਤ ਧਾਰਮਿਕ ਅਸਥਾਨਾਂ ਦੇ ਉੱਤੇ ਨਿਤਾ ਪ੍ਰਤੀ ਹਰ ਰੋਜ਼ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਇਸ ਗ੍ਰੰਥ ਦਾ ਪ੍ਰਕਾਸ਼ ਕਰਕੇ ਮੰਜੀ ਦੇ ਉੱਪਰ ਰੁਮਾਲੇ ਲਗਾ ਕੇ ਇਸ ਗ੍ਰੰਥ ਦੀ ਹਰ ਰੋਜ਼ ਕਥਾ ਕੀਤੀ ਜਾਂਦੀ ਹੈ ਔਰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਇਸ ਗ੍ਰੰਥ ਦੇ ਵਿੱਚੋਂ ਗੁਰੂ ਪਾਤਸ਼ਾਹਾਂ ਦਾ ਇਤਿਹਾਸ ਸੰਗਤਾਂ ਨੂੰ ਸੁਣਾ ਰਹੇ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਜ਼ਿਕਰ ਕਰਾਂਗਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੰਤਮ ਸਮੇਂ ਦਾ ਪ੍ਰਸੰਗ, ਜਿਸ ਤਰੀਕੇ ਦੇ ਨਾਲ ਇਸ ਗ੍ਰੰਥ ਦੇ ਅੰਦਰ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਉਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਕਿ ਉਹਦੇ ਵਿੱਚ ਕੋਈ ਵੀ ਗੱਲ ਸੰਤੋਖ ਸਿੰਘ ਨੇ ਅਜਿਹੀ ਨਹੀਂ ਲਿਖੀ ਜਿਸ ਦਾ ਗੁਰਬਾਣੀ ਦੇ ਨਾਲ, ਗੁਰਮਤਿ ਦੇ ਨਾਲ ਕਿਸੇ ਕਿਸਮ ਦਾ ਦੂਰ ਦੂਰ ਦਾ ਵੀ ਕੋਈ ਸੰਬੰਧ ਜੁੜਦਾ ਹੋਵੇ। ਉਹ ਸਾਰੇ ਕਰਮਕਾਂਡ ਗੁਰੂ ਸਾਹਿਬਾਨਾਂ ਦੇ ਕੋਲੋਂ ਕਰਵਾਏ ਹਨ, ਜਿਨ੍ਹਾਂ ਕਰਮਕਾਂਡਾਂ ਨੂੰ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੇ ਅੰਦਰ ਗੁਰਬਾਣੀ ਦੁਆਰਾ ਕੱਟਿਆ ਹੈ। ਇਹਨਾਂ ਸਾਰੇ ਪ੍ਰਸੰਗਾਂ ਨੂੰ ਸੁਣਨ ਤੋਂ ਬਾਅਦ ਕੋਈ ਵੀ ਸਿਆਣਾ ਮਨੁੱਖ, ਥੋੜ੍ਹੀ ਬਹੁਤੀ ਵੀ ਤਾਰਕਿਕ ਬੁੱਧੀ ਰੱਖਣ ਵਾਲਾ ਮਨੁੱਖ ਇਹੀ ਆਖੇਗਾ ਕਿ ਇਹ ਜੋ ਕੁਝ ਵੀ ਗੁਰੂ ਸਾਹਿਬਾਨਾਂ ਦੇ ਅੰਤਮ ਸੰਸਕਾਰ ਦੇ ਸੰਬੰਧ ਵਿੱਚ ਸੰਤੋਖ ਸਿੰਘ ਬਿਆਨ ਕਰ ਰਿਹਾ ਹੈ, ਇਹ ਸਭ ਝੂਠ ਹੈ, ਡਰਾਮੇਬਾਜ਼ੀ ਹੈ। ਇਸ ਤੋਂ ਵੱਧ ਕੇ ਇਸ ਦਾ ਸੱਚਾਈ ਦੇ ਨਾਲ, ਅਸਲੀਅਤ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੋ ਸਕਦਾ। 4 ਪ੍ਰਸੰਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਰੀਰ ਤਿਆਗਣ ਦੇ ਸੰਬੰਧ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ 2 ਭਾਗਾਂ ਦੇ ਵਿੱਚ ਸੰਤੋਖ ਸਿੰਘ ਨੇ ਲਿਖਿਆ ਹੈ, ਜਿਸ ਨੂੰ ਉਸਨੇ ਪੂਰਬਾ ਰੱਦ ਅਤੇ ਉੱਤਰਾ ਰੱਦ ਦਾ ਨਾਮ ਦਿੱਤਾ ਹੈ। ਪੂਰਬਾ ਰੱਦ ਦਾ ਅਰਥ ਹੁੰਦਾ ਹੈ ਕਿਸੇ ਗ੍ਰੰਥ ਦਾ ਪਹਿਲਾ ਅੱਧਾ ਹਿੱਸਾ, ਤੇ ਉੱਤਰਾ ਰੱਦ ਦਾ ਅਰਥ ਹੁੰਦਾ ਹੈ ਕਿਸੇ ਗ੍ਰੰਥ ਦਾ ਪਿਛਲਾ ਅੱਧਾ ਹਿੱਸਾ। ਜਦੋਂ ਤੁਸੀਂ ਉੱਤਰਾ ਰੱਦ ਦੇ 54ਵੇਂ ਅਧਿਆਏ ਦੇ ਉੱਪਰ ਪੜ੍ਹਦੇ ਹੋ, ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ, ਕਿਉਂਕਿ 54, 55, 56, 57 ਤਕਰੀਬਨ 4 ਕਾਫੀ ਵੱਡੇ ਅਧਿਆਏ ਹਨ, ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਤਿਆਗਣ ਦੇ ਸੰਬੰਧ ਦੇ ਵਿੱਚ ਸੰਤੋਖ ਸਿੰਘ ਨੇ ਲਿਖੇ ਹਨ। ਔਰ 54ਵੇਂ ਅਧਿਆਏ ਤੋਂ ਇਹ ਸਾਰਾ ਪ੍ਰਸੰਗ ਜਿਹੜਾ ਹੈ ਇਹ ਆਰੰਭ ਹੋ ਜਾਂਦਾ ਹੈ। ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ 54ਵਾਂ ਅਧਿਆਏ, ਉਸ ਦਾ ਸਿਰਲੇਖ ਇਹ ਲਿਖਿਆ ਹੈ ਕਿ ਗੁਰਮੰਤਰ ਮੰਗਲ ਜੋਤੀ ਜੋਤ ਸਮਾਵਣ ਦੀਆਂ ਤਿਆਰੀਆਂ। ਔਰ ਹਰੇਕ ਅਧਿਆਏ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੋ ਡਰਾਮੇਬਾਜ਼ੀਆਂ ਜਿਹੜੀਆਂ ਹਨ ਇਹ ਕਵੀ ਸੰਤੋਖ ਸਿੰਘ ਨੇ ਕੀਤੀਆਂ ਹੋਈਆਂ ਹਨ। ਤੁਹਾਨੂੰ ਇੰਝ ਜਾਪੇਗਾ ਕਿ ਜਿਸ ਤਰੀਕੇ ਦੇ ਨਾਲ ਕੋਈ ਡਰਾਮਾ ਖੇਡਿਆ ਜਾ ਰਿਹਾ ਹੈ, ਅਸਲੀਅਤ ਨਹੀਂ ਹੈ, ਸੱਚਾਈ ਨਹੀਂ ਹੈ। ਪਹਿਲੀ ਗੱਲ ਜਿਹੜੀ ਸੰਤੋਖ ਸਿੰਘ ਨੇ ਇਸ ਅਧਿਆਏ ਦੇ ਵਿੱਚ ਲਿਖੀ ਹੈ, ਜਦੋਂ ਇਸ ਦੇ ਤੁਸੀਂ 5ਵੇਂ ਪਦੇ ਦੇ ਉੱਤੇ ਪੜ੍ਹਦੇ ਹੋ ਤੇ ਸੰਤੋਖ ਸਿੰਘ ਕਹਿੰਦਾ ਵੀ ਕਮਲਾ ਨਾਮ ਦਾਸ ਇਹ ਆਹ ਤਿਹ ਬੁਲਾਏ ਕੈ ਸ਼੍ਰੀ ਪ੍ਰਭ ਕਹਾ, ਕਿ ਸਤਿਗੁਰਾਂ ਦਾ ਇੱਕ ਸੇਵਕ ਸੀ, ਉਸ ਦਾ ਨਾਮ ਸੀ ਭਾਈ ਕਮਲਾ। ਇੱਕ ਦਿਨ ਸਤਿਗੁਰਾਂ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਆਪਣੇ ਕੋਲ ਬੁਲਾ ਕੇ ਸਤਿਗੁਰਾਂ ਨੇ ਆਖਿਆ ਕਿ ਭਾਏ ਸ਼ੁਦਾਤਰ ਪਸ਼ੂ ਸਮੂਹਾ ਆਨੋ ਤਰਨ ਜਾਏ ਨਿਜ ਜੂਹਾ, ਕਿ ਭਾਈ ਕਮਲਾ ਪਸ਼ੂ ਜਿਹੜੇ ਹਨ ਉਹ ਭੁੱਖੇ ਹਨ, ਤੂੰ ਇੰਜ ਕਰ
ਪਸ਼ੂਆਂ ਵਾਸਤੇ ਘਾਹ ਆਦਿਕ ਬਾਹਰੋਂ ਲੈ ਕੇ ਆ। ਤੇ ਸੰਤੋਖ ਸਿੰਘ ਕਹਿੰਦਾ ਕਿ ਸਤਿਗੁਰਾਂ ਦਾ ਬਚਨ ਮੰਨ ਕੇ ਇਹ ਕਮਲਾ ਜਿਹੜਾ ਹੈ ਇਹ ਗੁਰੂ ਘਰ ਦੇ ਪਸ਼ੂਆਂ ਵਾਸਤੇ ਘਾਹ ਆਦਿਕ ਲੈਣ ਵਾਸਤੇ ਨਗਰ ਤੋਂ ਬਾਹਰ ਚਲਿਆ ਗਿਆ। ਤੇ ਜਿਸ ਵੇਲੇ ਨਗਰ ਤੋਂ ਬਾਹਰ ਗਿਆ ਉਸ ਵੇਲੇ ਇਸ ਨੂੰ ਨਗਰ ਤੋਂ ਬਾਹਰ ਕੁਝ ਦੂਰੀ ਦੇ ਉੱਤੇ 3 ਜੋਗੀ ਮਿਲੇ ਹਨ। ਬਚਨ ਲਿਖੇ ਨੇ ਕਿ ਤਿਹ ਛਿਨ ਆਇਸ ਕੋ ਤਰ ਬੇਸਾ, ਆਏ ਤ੍ਰੈਬਿਦ ਸ਼ੰਭ ਨਰੇਸ਼ਾ, ਕਮਲਾ ਜਾਤ ਵਹਿਰ ਕੋ ਹੀਰਾ, ਨਾਮ ਲੈ ਤਬ ਉੱਚੋ ਟੇਰਾ। ਉਹ 3 ਜੋਗੀ ਕਿਹੜੇ ਨੇ? ਸੰਤੋਖ ਸਿੰਘ ਕਹਿੰਦਾ ਉਹ 3 ਜੋਗੀ 3 ਦੇਵਤੇ ਨੇ। ਇੱਕ ਬ੍ਰਹਮਾ ਹੈ, ਇੱਕ ਸ਼ਿਵ ਜੀ ਹੈ ਤੇ ਤੀਸਰਾ ਇੰਦਰ ਹੈ। ਇਹ 3 ਦੇਵਤੇ ਜੋਗੀਆਂ ਦਾ ਰੂਪ ਧਾਰਨ ਕਰਕੇ ਬਾਹਰ ਬੈਠੇ ਹੋਏ ਸਨ, ਜਿਨ੍ਹਾਂ ਨੇ ਕਮਲੇ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ ਤੇ ਕਮਲੇ ਨੂੰ ਆਖਦੇ ਹਨ ਕਿ ਭਾਈ ਕਮਲਾ, ਤੂੰ ਇੱਕ ਸਾਡਾ ਕੰਮ ਕਰ, ਅਸੀਂ ਤੈਨੂੰ ਆ ਇੱਕ ਸਵਾਹ ਦੀ ਪੁੜੀ ਦਿੰਦੇ ਹਾਂ, ਤੂੰ ਸਾਡਾ ਇਹ ਸੁਨੇਹਾ ਜਿਹੜਾ ਹੈ ਉਹ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇ ਕੇ ਆ। तो भाई कमले ने अगों जवाब दिता कि सतगुर की आयस अस मोही पुण जावो तृण भार जे होही, कि सतगुरां दी मैनू आग्या है, मैं वापस उदों ही जा सकांगा जिस वेले मैं घाह कट के उसकी एक वड्डी सारी पंड तैयार कर लवां। दोए मुहूर्त मैं कर लै हूँ, पुन तुम जाए संदेशा दे हूँ। बस 2-4 घड़ियां दा मैनू समा लगेगा, थोड़ा जिहा समा मैनू दिओ, मैं घाह खोतर के उसकी एक पंड तैयार कर लवांगा ते घाह दी पंड ले जाके फिर जाके तुहाडा सुनेहा जिहड़ा है वो सतगुरां तक पुजदा कर देवांगा। ते संतोख सिंह कहंदा फिर तब सुरेश उठ ऐसो कीना, भार तृणन मुश्क कर दीना। जिस वेले कमले दी ये गल इन्हां 3 देवतियां ने सुनी ते उन्हां दे विच जिहड़ा इंद्र देवता सी वो उठिया है। उसने की कीता कि धरती तो थोड़ा जिहा घाह पुट के उसदे कुछ तीले पुट के मुट्ठी पर घाह पुट के उसनूं अपनी शक्ति दे नाल उसनूं अपनी करामात दे नाल एक वड्डी सारी पंड दे विच तब्दील कर दिता है। घाह दे कुछ तीलियां तो घाह दी एक वड्डी सारी पंड जिहड़ी है इंद्र देवते ने तैयार करके भाई कमले नूं दे दित्ती है ते आख्या भाई कमला तैनूं इत्थे इंतजार करन दी जरूरत नहीं, आ चक तू घाह दी पंड ते साडा सुनेहा जिहड़ा है वो छेती तो छेती जाके गुरु नानक पातशाह जी नूं दे। ते भाई कमले ने जिस वेले इस करामात नूं देखिया, देख के बड़ा हैरान होया। उसने वो घाह दी पंड अपने सिर दे उत्ते चुकी है, जिहड़ी सवाह दी पुड़ी इन्हां देवतियां ने दित्ती है, सांभ के वो अपने कोल लई है ते वो सुनेहा जाके इस भाई कमले ने गुरु नानक पातशाह महाराज जी नूं दिता है कि पातशाह नगर दे बाहर वार मैनू आ 3 जोगी मिले सन, उन्हां दे अंदर कोई बहुत ज्यादा शक्ति है, कोई बहुत ज्यादा करामातां दे मालक ने। उन्हां ने घाह दे कुछ तीलियां तो एक घाह दी वड्डी सारी पंड तैयार करके मैनू दे दित्ती ते नाल तुहाडे वास्ते उन्होंने आ एक सुनेहा भेजिया है। गुरु पातशाह जी उस सवाह दी पुड़ी नूं देखदे हन ते सवाह दी पुड़ी नूं देख के गुरु नानक पातशाह महाराज जानदे हन कि ये जिहड़ी सवाह दी पुड़ी है वास्तव दे विच ये शिवजी दी पुड़ी है। ये शिवजी ने मेरे वास्ते सवाह दी पुड़ी भेजी है, ये शिवजी ने मेरे वास्ते कोई सुनेहा भेजिया है। तो गुरु साहब अपने एक होर सेवक जिसका नाम भाई सधारण करके संतोख सिंह ने लिखिया है उसनूं नाल लैंदे हन ते सतगुरु पातशाह महाराज उन्हां जोगियां नूं मिलण वास्ते नगर तो बाहर जांदे हन। वो 3 जोगी जिहड़े असल दे विच संतोख सिंह कहंदा है कि 3 देवते ने, एक ब्रह्मा है, एक शिवजी है और तीसरा इंद्र है। वो तीनों देवते गुरु नानक पातशाह महाराज जी नूं नगर तो बाहर मिलते हैं ते नगर तो बाहर मिल के फिर गुरु नानक पातशाह महाराज जी नूं ये आखदे हन कि पातशाह तुसीं जिस काम वास्ते संसार दे विच आए सी तुहाडा वो काम पूरा हो चुका है। तुसीं जिस वेले 33वें अंक दे उत्ते अपड़ोगे उत्थे बोल लिखे ने कि निज तन अंगद कर पलटायो, कीन सथाप नीक मन पायो। जिहड़े तुसां ने बाकी काम करने हैं वो तुसां ने
ਗੁਰੂ ਅੰਗਦ ਦੇ ਰੂਪ ਦੇ ਵਿੱਚ ਕਰਨੇ ਹਨ। ਤੁਸਾਂ ਨੇ ਆਪਣਾ ਹੁਣ ਸਰੀਰ ਜਿਹੜਾ ਹੈ ਬਦਲ ਲਿਆ ਹੈ, ਜੰਮ ਬਦਲ ਲਿਆ ਹੈ। ਇਸ ਵਾਸਤੇ ਸੱਚਖੰਡ ਗਮਨੋ ਅਬ ਆਪੂ, ਸਤਨਾਮ ਪ੍ਰਗਟਿਓ ਜਗ ਜਾਪੂ। ਤੁਸਾਂ ਨੇ ਬੜਾ ਸਮਾਂ ਸੰਸਾਰ ਦੇ ਅੰਦਰ ਸਤਨਾਮ ਦਾ ਜਾਪ ਕਰਵਾਇਆ ਹੈ, ਹੁਣ ਤੁਸੀਂ ਸੱਚਖੰਡ ਜਾਣ ਦੀ ਤਿਆਰੀ ਕਰੋ। ਤੇ ਸੰਤੋਖ ਸਿੰਘ ਕਹਿੰਦਾ ਕਿ ਸੁਣ ਕੇ ਬਚ ਸ਼੍ਰੀ ਨਾਨਕ ਮਾਨੇ, ਨਿਜ ਸਥਾਨ ਸੋ ਤੀਨ ਸਿਧਾਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਦੇ ਬੋਲ ਸੁਣੇ ਹਨ ਤੇ ਗੁਰੂ ਸਾਹਿਬ ਜੀ ਨੇ ਇਹਨਾਂ ਦੇ ਬੋਲ ਮੰਨ ਲਏ ਹਨ। ਭਾਵ ਕਿ ਸਤਿਗੁਰਾਂ ਨੇ ਆਪਣਾ ਸਰੀਰ ਤਿਆਗਣ ਦੀ ਤਿਆਰੀ ਕਰ ਲਈ। ਇਸ ਅਧਿਆਏ ਦੇ 66ਵੇਂ ਪਦੇ ਦੇ ਉੱਤੇ ਜਿਸ ਵੇਲੇ ਤੁਸੀਂ ਪੜ੍ਹੋਗੇ ਉੱਥੇ ਬੋਲ ਲਿਖੇ ਨੇ ਕਿ ਸਗਰੇ ਪੁਰ ਮੈਂ ਪਰਿਓ ਸੋ ਰੌਰਾ, ਰੁਦਨ ਕਰਤ ਪੇ ਜਿਤ ਕਿਤ ਠੌਰਾ। ਸਾਰੇ ਕਰਤਾਰਪੁਰ ਨਗਰ ਦੇ ਅੰਦਰ ਇਸ ਗੱਲ ਦਾ ਰੌਲਾ ਪੈ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਹਨ ਉਹਨਾਂ ਨੇ ਆਪਣਾ ਸਰੀਰ ਤਿਆਗਣ ਦੀ ਤਿਆਰੀ ਕੀਤੀ ਹੈ। ਸੰਤੋਖ ਸਿੰਘ ਕਹਿੰਦਾ ਕਿ ਸਾਰੇ ਨਗਰ ਦੇ ਅੰਦਰ ਹਾਹਾਕਾਰ ਮਚ ਗਈ। ਅਸੂ ਬਦੀ ਸਪਤਮੀ ਬਾਸਰ, ਤਾਹੀ ਸਮੇਂ ਪ੍ਰਭ ਜੀ ਜਗ ਗੁਰ, ਤਜਨ ਸ਼ਰੀਰਨ ਕੀ ਬਿਦ ਠਾਨੀ, ਪ੍ਰਗਟੀ ਬਾਤ ਗ੍ਰਾਮ ਬਹੁ ਜਾਨੀ। ਸੰਤੋਖ ਸਿੰਘ ਕਹਿੰਦਾ ਵੀ ਅਸੂ ਦੇ ਮਹੀਨੇ ਦੇ ਅੰਧੇਰੇ ਪੱਖ ਦੀ 7ਵੀਂ ਤਾਰੀਖ ਸੀ ਉਸ ਦਿਨ, ਜਾਨੀ ਕਿ ਅੱਸੂ ਵਦੀ 7ਵੀਂ, ਅੱਸੂ ਦੇ ਮਹੀਨੇ ਅੰਦਰ ਪੁੰਨਿਆਂ ਤੋਂ ਬਾਅਦ 7ਵਾਂ ਦਿਨ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਣ ਦੀ ਤਿਆਰੀ ਕੀਤੀ ਹੈ। ਫਿਰ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਇੱਕ ਸੇਵਕ ਭਾਈ ਸਧਾਰਨ ਨੂੰ ਆਪਣੇ ਕੋਲ ਬੁਲਾਇਆ ਹੈ ਔਰ ਭਾਈ ਸਧਾਰਨ ਨੂੰ ਆਪਣੇ ਕੋਲ ਬੁਲਾ ਕੇ ਉਸ ਨੂੰ ਆਪਣੇ ਪੁੱਤਰਾਂ ਨੂੰ ਬੁਲਾਉਣ ਵਾਸਤੇ ਭੇਜਿਆ ਹੈ। ਕਿਰਪਾ ਨਿਦਾਨ ਕਹਿਓ ਤੇ ਕਾਲੇ, ਉਠੋ ਸਧਾਰਨ ਜਾਏ ਉਤਾਲੇ, ਸ਼੍ਰੀ ਚੰਦ ਅਰ ਲਖਮੀ ਦਾਸ ਤਾਹੇ ਹਾਕਾਰ ਆਨੀਏ ਪਾਸ। ਕਿ ਭਾਈ ਸਧਾਰਨ ਜਾ ਕੇ ਸ਼੍ਰੀ ਚੰਦ ਨੂੰ ਤੇ ਲਖਮੀ ਦਾਸ ਨੂੰ ਬੁਲਾ ਕੇ ਲਿਆ ਸਾਡੇ ਕੋਲ। ਤੇ ਸਤਿਗੁਰਾਂ ਦਾ ਬਚਨ ਮੰਨ ਕੇ ਭਾਈ ਸਧਾਰਨ ਜਿਹੜਾ ਹੈ ਗੁਰੂ ਸਾਹਿਬ ਜੀ ਦੇ ਪੁੱਤਰਾਂ ਦੇ ਕੋਲ ਗਿਆ। हाथ बंद के गिरा उचारी, श्री प्रभु की भी आज तैयारी, तुमको अपने निकट हकारा, चलो हदूर ना करो आवारा। सतगुरां दा सुनेहा जाके गुरु साहब जी दे पुत्रां नूं दिता कि गुरु साहब जी ने अज अपना शरीर त्याग देना है, उन्होंने चलाने की तैयारी कर ली है। इस वास्ते सतगुरु तुहानूं बुलाउंदे हन ते तुसीं आखिरी समय जाके सतगुरां दे दर्शन कर लो। पर संतोख सिंह कहता कि पुत्रां ने जिन्हां दे मन दे अंदर शरधा नहीं सी, उन्होंने उस वेले कह दिता भी कैसे होत अचानक ऐसे सुख आनंद में बैसे तैसे, कि गुरु साहब ते बिल्कुल ठीक ठाक हैं, आनंद दे नाल अपना जीवन बतीत करते हैं। अचानक इस तरीके दे नाल किवें हो सकता है कि गुरु साहब अपना शरीर त्याग देण। हमको आवत ने प्रतीतंग, ज्ञान प्रसून गंध ए रीतंग। सानू इस गल दे उत्ते प्रतीत नहीं आ रही, सानू इस गल दे उत्ते भरोसा नहीं आ रहा कि तू सच दसदा पिया है कि गुरु साहब अपना शरीर त्यागण लगे हैं। तो पुत्रा ने गल मनण तो इनकार कर दिता। संतोख सिंह कहता कि भाई सधारण ने जाके गुरु नानक पातशाह महाराज जी नूं दस दिता कि पातशाह पुत्रा ने आउण तो इनकार कर दिता है, उन्हां नूं तुहाडी आखी होई इस गल दे उत्ते यकीन नहीं आ रहा। तो तबै सथल लिपवाए कै बहुरो कुशा दसाए, जय जयकार चु फेर हवै कहे तन बिसमाए। इधर गुरु साहब जी अपनी तैयारी करके बैठे हैं। जिस जगह के उत्ते सतगुरां ने अपना शरीर त्यागना है, संतोख सिंह कहता कि उत्थे चंगी तरह पोचा फिरवाया गया है गोहे का। फिर सतगुरां ने उत्थे कुशा दा आसन जिहड़ा है वो लगवाया है। कुशा भाव दब दे घाह दा आसन। याद रहे कि दब का घाह जिहड़ा है सनातन मत के अंदर, हिंदू मत के अंदर इसनूं बड़ा पवित्र मन्निया गया है। पूजा आदि करन वेले इस घाह की वरतों की जाती है। जां जिस वेले कोई प्राणी शरीर त्यागदा है उस दे हेठां ये कुशा ये दब का घाह आदि विछाया जाता है, उस दे उपर फिर मृतक के शरीर नूं लिटाया जाता है। सनातन मत के अंदर, हिंदू मत के अंदर इस कुशा नूं दब दे घाह नूं बहुत ज्यादा पवित्र मन्निया गया है।
ਫਿਰ ਸੰਤੋਖ ਸਿੰਘ ਕਹਿੰਦੇ ਵੀ ਗਈ ਸੁਲੱਖਣੀ ਢਿੱਗ ਸੁਧ ਸੋਊ ਬਚਨ ਨਾ ਮਾਨਿਓ ਪੁੱਤਰ ਨ ਦਊ ਨਿਸਕੇ ਲੱਗੇ ਸਮਾਵਣ ਸਾਈ ਥਾਏ ਲਿਪਾਏ ਕੁਸ਼ਾ ਬਿਸਵਾਈ। ਮਾਤਾ ਸੁਲੱਖਣੀ ਜੀ, ਉਹਨਾਂ ਦੇ ਪਾਸ ਇਹ ਸਾਰੀ ਖਬਰ ਅਪੜਦੀ ਹੈ ਕਿ ਗੁਰੂ ਸਾਹਿਬ ਆਪਣਾ ਸਰੀਰ ਤਿਆਗਣ ਲੱਗੇ ਹਨ ਤੇ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ ਸੀ, ਪਰ ਪੁੱਤਰ ਜਿਹੜੇ ਹਨ ਉਹ ਗੁਰੂ ਸਾਹਿਬ ਜੀ ਦੇ ਕੋਲ ਨਹੀਂ ਆਏ ਤੇ ਗੁਰੂ ਸਾਹਿਬ ਜੀ ਨੇ ਇਸ ਵੇਲੇ ਆਪਣਾ ਸਰੀਰ ਤਿਆਗਣ ਦੀ ਬਿਲਕੁਲ ਤਿਆਰੀ ਜਿਹੜੀ ਹੈ ਉਹ ਕੀਤੀ ਹੋਈ ਹੈ। ਤਾਂ ਸੁਲੱਖਣੀ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਅਪੜਦੇ ਹਨ, ਜਾ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਹਨ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਵੇਲੇ ਸੁਲੱਖਣੀ ਨੂੰ ਆਖਦੇ ਨੇ ਵੀ ਜੇ ਤੁਝ ਉਰ ਅਬਲਾਖ ਹੈ ਕਰ ਲੀਜੈ ਸੋ ਬਾਤ ਮਿਲ ਕਰ ਹੋਂ ਬੋਲੀ ਨਹੀਂ ਬਹੁਰ ਨਾ ਕਹਿ ਪਛਾਤ। ਕਿ ਹੇ ਸੁਲੱਖਣੀ, ਜੇ ਤੇਰੇ ਮਨ ਦੇ ਅੰਦਰ ਕੋਈ ਅਬਲਾਖਾ ਹੈ, ਕੋਈ ਇੱਛਾ ਹੈ, ਕੋਈ ਗੱਲ ਤੂੰ ਸਾਡੇ ਨਾਲ ਕਰਨੀ ਚਾਹੁੰਦੀ ਹੈ, ਅੰਤ ਸਮੇਂ ਕਰ ਲੈ, ਕਿਉਂਕਿ ਅਸੀਂ ਸਰੀਰ ਤਿਆਗਣ ਲੱਗੇ ਹਾਂ। ਐਸਾ ਨਾ ਹੋਵੇ ਕਿ ਸਾਡੇ ਸਰੀਰ ਤਿਆਗਣ ਤੋਂ ਬਾਅਦ ਤੈਨੂੰ ਇਸ ਗੱਲ ਦਾ ਪਛਤਾਵਾ ਰਹੇ ਕਿ ਮੈਂ ਅੰਤ ਸਮੇਂ ਕੋਈ ਗੱਲਬਾਤ, ਕੋਈ ਬਚਨ ਵਿਲਾਸ ਜਿਹੜੇ ਕਰਨੇ ਸਨ ਉਹ ਮੈਂ ਕਰ ਨਹੀਂ ਸਕੀ। ਤਾਂ ਸੰਤੋਖ ਸਿੰਘ ਕਹਿੰਦਾ ਕਿ ਜਿਸ ਵੇਲੇ ਸਤਿਗੁਰਾਂ ਨੇ ਸੁਲੱਖਣੀ ਜੀ ਨੂੰ ਇਹ ਗੱਲ ਆਖੇ ਕਿ ਤੁਸੀਂ ਆਖਰੀ ਸਮੇਂ ਕੋਈ ਸਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਕਰ ਲਓ, ਤੇ ਉਸ ਵੇਲੇ ਸੁਲੱਖਣੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਬੋਲ ਆਖੇ ਕਿ ਭਲਕੇ ਹਵੈ ਸ਼ਰਾਧ ਤੋਹਿ ਤਾਤਾ ਜਿਉ ਭਾਵੇਂ ਤਿਉ ਕਰ ਸੁਖ ਦਾਤਾ। ਕਿ ਪਾਤਸ਼ਾਹ ਤੁਸਾਂ ਨੇ ਬੇਸ਼ੱਕ ਸੰਸਾਰ ਤੋਂ ਜਾਣ ਦੀ, ਸਰੀਰ ਤਿਆਗਣ ਦੀ ਤਿਆਰੀ ਕਰ ਲਈ ਹੈ, ਪਰ ਮੈਂ ਇਹ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨੀ ਚਾਹੁੰਦੀ ਹਾਂ ਕਿ ਕੱਲ ਨੂੰ ਤੁਹਾਡੇ ਪਿਤਾ ਜੀ ਦਾ ਸ਼ਰਾਧ ਹੈ, 8ਵੀਂ ਦਾ ਤੁਹਾਡੇ ਪਿਤਾ ਦਾ ਸ਼ਰਾਧ ਹੈ। ਬੜਾ ਚੰਗਾ ਹੋਵੇ ਜੇ ਤੁਸੀਂ ਉਹ ਸ਼ਰਾਧ ਕਰਕੇ ਫਿਰ ਆਪਣਾ ਸਰੀਰ ਤਿਆਗੋ। ਜਾਨੀ ਕਿ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਰੀ ਜ਼ਿੰਦਗੀ ਇਹਨਾਂ ਕਰਮ ਕਾਂਡਾਂ ਦਾ ਖੰਡਨ ਕਰਦੇ ਰਹੇ। ਸੰਤੋਖ ਸਿੰਘ ਇਹ ਦੱਸ ਰਿਹਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰੋਂ, ਉਹਨਾਂ ਦੇ ਮਹਿਲ ਮਾਤਾ ਸੁਲੱਖਣੀ ਜੀ, ਉਹਨਾਂ ਨੂੰ ਵੀ ਅਜੇ ਤੱਕ ਇਸ ਗੱਲ ਦੀ ਕੋਈ ਸੋਝੀ ਨਹੀਂ ਸੀ ਆਈ ਵੀ ਇਹ ਸ਼ਰਾਧ ਕਰਨੇ ਜ਼ਰੂਰੀ ਹਨ ਜਾਂ ਇਹ ਕੇਵਲ ਇੱਕ ਕਰਮ ਕਾਂਡ ਹੈ। ਤੋ ਸੁਲੱਖਣੀ ਜੀ ਦੇ ਮੂੰਹੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਇਹ ਬੇਨਤੀ ਕਰਵਾਈ ਜਾ ਰਹੀ ਹੈ ਕਿ ਪਾਤਸ਼ਾਹ, ਤੁਹਾਡੇ ਪਿਤਾ ਮਹਿਤਾ ਕਾਲੂ ਜੀ ਦਾ ਕੱਲ ਨੂੰ ਸ਼ਰਾਧ ਹੈ, ਤੁਸੀਂ ਆਪਣੇ ਪਿਤਾ ਜੀ ਦਾ ਸ਼ਰਾਧ ਕਰੋ। ਭਲੀ ਬਾਤ ਜੋ ਕਰੋ ਸ਼ਰਾਧੂ ਬਹੁਰ ਸਮਾਵੋ ਬਾਧਾ ਬਾਧੂ। ਕੱਲ ਨੂੰ ਆਪਣੇ ਪਿਤਾ ਜੀ ਦਾ ਸ਼ਰਾਧ ਕਰਕੇ ਉਸ ਤੋਂ ਬਾਅਦ ਫਿਰ ਤੁਸਾਂ ਨੇ ਜੋਤੀ ਜੋਤ ਸਮਾ ਜਾਣਾ। ਤੇ ਮਾਤਾ ਸੁਲੱਖਣੀ ਜੀ ਨੂੰ ਗੁਰਮਤਿ ਦੀ ਸੋਝੀ ਨਹੀਂ ਸੀ, ਇਹ ਗੱਲ ਤੇ ਇੱਕ ਪਾਸੇ ਰਹਿ ਗਈ। ਸੰਤੋਖ ਸਿੰਘ ਇਸ ਤੋਂ ਅਗਾਂਹ ਕਹਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖੁਦ ਆਪ ਵੀ ਅਜੇ ਇਹਨਾਂ ਕਰਮ ਕਾਂਡਾਂ ਦੇ ਵਿੱਚ ਹੀ ਬੱਝੇ ਹੋਏ ਨੇ। ਉੱਥੇ ਬੋਲ ਲਿਖੇ ਨੇ ਕਿ ਚੌਣੀ ਬਚਨ ਰੁਚਰ ਤੈ ਕਹੇ ਸੌਜ ਤਿਆਰ ਕਰੋ ਹਮ ਰਹੇ ਕਰਹਿ ਸ਼ਰਾਧ ਅਸ਼ਟਮੀ ਬਾਸੁਰ ਪੁਨ ਨੌਮੀ ਦਿਨ ਸਗਰੋ ਰਹਿ ਕਰ 10ਵੀਂ ਕੇ ਦਿਨ ਹੋਏ ਤਿਆਰੀ ਰਾਖੋ ਸੌਜ ਉਠਾਵੋ ਸਾਰੀ। ਤੇ ਗੁਰੂ ਸਾਹਿਬ ਕਹਿੰਦੇ ਨੇ ਸੁਲੱਖਣੀ, ਤੁਸਾਂ ਨੇ ਬੜੀ ਚੰਗੀ ਗੱਲ ਕੀਤੀ, ਸਾਨੂੰ ਚੇਤਾ ਕਰਵਾ ਦਿੱਤਾ ਵੀ ਕੱਲ ਨੂੰ ਸਾਡੇ ਪਿਤਾ ਜੀ ਦਾ ਸ਼ਰਾਧ ਹੈ। ਹੁਣ ਅਸੀਂ ਇੰਜ ਕਰਾਂਗੇ, ਤੁਸੀਂ ਸ਼ਰਾਧ ਦੀ ਤਿਆਰੀ ਕਰੋ, ਕੱਲ ਨੂੰ 8ਵੀਂ ਵਾਲੇ ਦਿਨ ਅਸੀਂ ਆਪਣੇ ਪਿਤਾ ਜੀ ਦਾ ਸ਼ਰਾਧ ਕਰਾਂਗੇ। ਫਿਰ 9ਵੀਂ ਤਰੀਕ ਨੂੰ ਸਾਰਾ ਦਿਨ ਅਸੀਂ ਹੋਰ ਇਸ ਜਗਤ ਦੇ ਅੰਦਰ ਰਹਾਂਗੇ ਤੇ ਹੁਣ ਅਸੀਂ ਅੱਸੂ ਵਦੀ 10ਵੀਂ ਨੂੰ ਆਪਣਾ ਸਰੀਰ ਜਿਹੜਾ ਹੈ ਉਹ ਤਿਆਗਾਂਗੇ। ਇਸ ਵਾਸਤੇ ਜਿਤਨੀ ਆ ਹੁਣ ਚਲਾਣੇ ਦੀ ਸਮੱਗਰੀ ਤਿਆਰ ਕੀਤੀ ਹੋਈ ਸੀ ਇਹ ਸਾਰੀ ਉਠਾਵੋ, ਔਰ ਜਿਹੜੀ ਸ਼ਰਾਧਾਂ ਦੀ ਸਮੱਗਰੀ ਹੈ ਉਸ ਦੀ ਤੁਸੀਂ ਤਿਆਰੀ ਕਰੋ। ਜਾਨੀ ਕਿ ਆਪਣੇ ਪਿਤਾ ਦਾ ਸ਼ਰਾਧ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਣ ਦਾ ਪ੍ਰੋਗਰਾਮ ਜਿਹੜਾ ਹੈ ਉਹ 3 ਦਿਨ ਵਾਸਤੇ ਡਿਲੇ ਕਰ ਦਿੱਤਾ। ਇੱਕ ਗੱਲ ਇੱਥੇ ਹੋਰ ਯਾਦ ਰੱਖਣ ਵਾਲੀ ਹੈ, ਅੱਜ ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਸਮਾਵਣ ਦਾ ਦਿਨ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ, ਕਿਉਂਕਿ ਬਿਕਰਮੀ ਕੈਲੰਡਰ ਜਿਹੜਾ ਹੈ ਉਹ ਲਾਗੂ ਹੈ ਔਰ
ਉਹਨਾਂ ਤਰੀਕਾਂ ਅਨੁਸਾਰ ਸੰਪਰਦਾਈ ਲੋਕਾਂ ਦਾ, ਕਿਉਂਕਿ ਇਹਨਾਂ ਕੈਲੰਡਰਾਂ ਦੇ ਉੱਤੇ ਪ੍ਰਭਾਵ ਹੈ, ਉਹਨਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਣ ਦੀ ਤਾਰੀਖ ਜਿਹੜੀ ਹੈ ਉਹ ਅੱਸੂ ਵਦੀ 10ਵੀਂ ਹੀ ਦਿੱਤੀ ਹੋਈ ਹੈ। ਹਾਲਾਂਕਿ ਬਹੁਤੇ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਸਮੇਤ ਜਾਂ ਜਿਤਨੇ ਵੀ ਮਿਸ਼ਨਰੀ ਕਾਲਜਾਂ ਦੇ ਵਿਦਵਾਨ ਹਨ, ਮਿਸ਼ਨਰੀ ਕਾਲਜਾਂ ਦੀਆਂ ਜਿਤਨੀਆਂ ਵੀ ਕਿਤਾਬਾਂ ਹਨ, ਬੁੱਧੀਜੀਵੀ ਜਿਤਨੇ ਵੀ ਲੋਕ ਹਨ, ਉਹ ਸਾਰੇ ਮੰਨਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਸੂ ਸੁਦੀ 10ਵੀਂ ਨੂੰ ਜੋਤੀ ਜੋਤ ਸਮਾਏ ਸਨ। ਅੱਸੂ ਵਦੀ 10ਵੀਂ ਨੂੰ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਨਹੀਂ ਸਮਾਏ। ਅੱਸੂ ਸੁਦੀ 10ਵੀਂ ਜਾਨੀ ਕਿ ਮੱਸਿਆ ਤੋਂ ਬਾਅਦ 10ਵਾਂ ਦਿਨ, ਚਾਨਣੀ ਪੱਖ ਦੀ 10ਵੀਂ ਤਾਰੀਖ। ਪਰ ਸੰਤੋਖ ਸਿੰਘ ਨੇ ਉਹ 15 ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਣ ਦਾ ਦਿਨ ਵੀ ਬਦਲ ਦਿੱਤਾ। ਉਹ ਖਿੱਚ ਕੇ ਕਵੀ ਸੰਤੋਖ ਸਿੰਘ ਜੀ ਨੇ ਅੰਧੇਰੇ ਪੱਖ ਦੀ 10ਵੀਂ ਤਾਰੀਖ ਇਸ ਵਾਸਤੇ ਲਿਆਂਦੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸ਼ਰਾਧਾਂ ਦਾ ਸਮਾਂ ਜਿਹੜਾ ਹੈ ਚੱਲਦਾ ਹੈ। ਅੱਜ ਤੁਸੀਂ ਤੱਕੋਗੇ, ਖਾਸ ਕਰਕੇ ਜਿਹੜੇ ਗ੍ਰੰਥੀ ਸੱਜਣਾ ਗੁਰਦੁਆਰਿਆਂ ਦੇ ਅੰਦਰ ਗ੍ਰੰਥੀ ਦੀ ਸੇਵਾ ਨਿਭਾਉਂਦੇ ਨੇ, ਉਹਨਾਂ ਨੂੰ ਪਤਾ ਹੈ ਕਿ ਸ਼ਰਾਧਾਂ ਦੇ ਦਿਨਾਂ ਦੇ ਅੰਦਰ ਭਾਵੇਂ ਗੁਰਬਾਣੀ ਗੁਰਮਤ ਚੀਕ ਚੀਕ ਕੇ ਇਹਨਾਂ ਕਰਮਕਾਂਡਾਂ ਦਾ ਖੰਡਨ ਕਰਦੀ ਹੈ, ਪਰ ਜਿਸ ਤਰੀਕੇ ਦੇ ਨਾਲ ਇਹਨਾਂ ਸ਼ਰਾਧਾਂ ਦੇ ਦਿਨਾਂ ਦੇ ਅੰਦਰ ਪੰਡਤਾਂ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਸ਼ਰਾਧ ਖਾਣ ਵਾਸਤੇ ਜਾਣਾ ਪੈਂਦਾ ਹੈ, ਉਸੇ ਤਰੀਕੇ ਦੇ ਨਾਲ ਗ੍ਰੰਥੀ ਸਿੰਘ ਵੀ, ਗੁਰੂ ਕੇ ਕੀਰਤਨੀਏ ਵੀ ਲੋਕਾਂ ਦੇ ਘਰਾਂ ਦੇ ਵਿੱਚ ਸ਼ਰਾਧ ਖਾਣ ਵਾਸਤੇ ਜਾਂਦੇ ਹਨ। ਫਰਕ ਕੇਵਲ ਇੰਨਾ ਕੋ ਪਿਆ ਹੈ ਕਿ ਹਿੰਦੂ ਲੋਕ ਪੰਡਤ ਨੂੰ ਆਪਣੇ ਘਰ ਵਿਖੇ ਬੁਲਾਉਂਦੇ ਹਨ ਤੇ ਅਸੀਂ ਸਿੱਖ ਅਖਵਾਉਣ ਵਾਲਿਆਂ ਨੇ ਇਹਦੇ ਉੱਤੇ ਗੁਰਮਤ ਦੀ ਮੋਹਰ ਲਗਾ ਦਿੱਤੀ ਕਿ ਅਸੀਂ ਸ਼ਰਾਧ ਨਹੀਂ ਕਰਦੇ, ਅਸੀਂ ਤੇ 5 ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦੇ ਹਾਂ। ਪਿੱਛੇ ਸਾਰੀ ਦੀ ਸਾਰੀ ਭਾਵਨਾ ਉਹਨਾਂ ਦੀ ਉਹੀ ਹੁੰਦੀ ਹੈ। ਉਹ ਲੋਕ ਚੰਗੀ ਤਰ੍ਹਾਂ ਜਾਣਦੇ ਨੇ, ਗ੍ਰੰਥੀ ਸਿੰਘ, ਕਿ ਜਿਸ ਦਿਨ ਅੱਸੂ ਵਦੀ 10ਵੀਂ ਹੁੰਦੀ ਹੈ, 10ਵੀਂ ਦਾ ਸ਼ਰਾਧ ਹੁੰਦਾ ਹੈ, ਉਸ ਦਿਨ ਉਹ ਸਭ ਨਾਲੋਂ ਜ਼ਿਆਦਾ ਬਿਜੀ ਹੁੰਦੇ ਹਨ। ਸਭ ਨਾਲੋਂ ਜ਼ਿਆਦਾ ਘਰਾਂ ਦੇ ਵਿੱਚ ਉਹਨਾਂ ਨੂੰ ਉਸ ਦਿਨ ਜਾਣਾ ਪੈਂਦਾ ਹੈ, ਕਿਉਂਕਿ ਬਹੁਤੇ ਸਿੱਖ ਅਖਵਾਉਣ ਵਾਲੇ ਕਹਿੰਦੇ ਨੇ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸ਼ਰਾਧ ਕਰ ਰਹੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਅਸੀਂ 5 ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਰਹੇ ਹਾਂ। ਜਾਨੀ ਕਿ ਇਸ ਸ਼ਰਾਧ ਦੇ ਕਰਮ ਨੂੰ ਗੁਰਮਤ ਦਾ ਕਰਮ ਦਰਸਾਉਣ ਵਾਸਤੇ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਵਣ ਦੀ ਤਾਰੀਖ ਵੀ 15 ਦਿਨ ਬਦਲ ਦਿੱਤੀ ਤੇ ਅੱਜ ਸਾਰੇ ਸਿੱਖ ਜਗਤ ਦੇ ਅੰਦਰ ਬਹੁਤਾਤ ਦੇ ਵਿੱਚ ਗੁਰੂ ਸਾਹਿਬ ਜੀ ਦਾ ਜੋਤੀ ਜੋਤ ਸਮਾਵਣ ਦਾ ਦਿਨ ਜਿਹੜਾ ਹੈ ਉਹ ਅੱਸੂ ਵਦੀ 10ਵੀਂ ਨੂੰ ਹੀ ਮਨਾਇਆ ਜਾਂਦਾ ਹੈ, ਜਦਕਿ ਇਤਿਹਾਸਕਾਰ ਜਿਹੜੇ ਹਨ ਉਹ ਅੱਸੂ ਵਦੀ 10ਵੀਂ ਨਹੀਂ, ਅੱਸੂ ਸੁਦੀ 10ਵੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਵਣ ਦਾ ਦਿਨ ਜਿਹੜਾ ਹੈ ਉਹ ਮੰਨਦੇ ਹਨ। ਸੋ ਕਵੀ ਸੰਤੋਖ ਸਿੰਘ ਕਹਿੰਦਾ ਹੈ ਕਿ ਜਿਸ ਵੇਲੇ ਸੁਲੱਖਣੀ ਜੀ ਨੇ ਆਣ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਤੁਸੀਂ ਆਪਣੇ ਪਿਤਾ ਜੀ ਦਾ ਕੱਲ ਨੂੰ ਸ਼ਰਾਧ ਕਰਕੇ ਜਾਓ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗਣ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਅੱਸੂ ਵਦੀ 7ਵੀਂ ਨੂੰ, ਉਹ ਪ੍ਰੋਗਰਾਮ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੋਸਟਪੋਨ ਕਰ ਦਿੱਤਾ। ਆਖ ਦਿੱਤਾ ਕਿ ਕੱਲ ਨੂੰ 8ਵੀਂ ਤਰੀਕ ਨੂੰ ਅਸੀਂ ਆਪਣੇ ਪਿਤਾ ਜੀ ਦਾ ਸ਼ਰਾਧ ਕਰਾਂਗੇ, 9ਵੀਂ ਨੂੰ ਸਾਰਾ ਦਿਨ ਅਸੀਂ ਇਸ ਜਗਤ ਦੇ ਅੰਦਰ ਇਸ ਸਰੀਰ ਦੇ ਅੰਦਰ ਰਹਾਂਗੇ ਔਰ 10ਵੀਂ ਵਾਲੇ ਦਿਨ ਹੁਣ ਅਸੀਂ ਆਪਣਾ ਸਰੀਰ ਜਿਹੜਾ ਹੈ ਉਹ ਤਿਆਗਾਂਗੇ। ਫਿਰ ਇਸ ਤੋਂ ਅੱਗੇ 55ਵੇਂ ਅਧਿਆਇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਦੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਿਤਾ ਮਹਿਤਾ ਕਾਲੂ ਜੀ ਦਾ ਅੱਸੂ ਵਦੀ 8ਵੀਂ ਨੂੰ ਸ਼ਰਾਧ ਕੀਤਾ, ਕਿਹੜੇ ਕਿਹੜੇ ਲੋਕ ਉਸ ਸ਼ਰਾਧ ਦੇ ਵਿੱਚ ਆਏ, ਕਿਹੜੇ ਕਿਹੜੇ ਪ੍ਰਕਾਰ ਦੇ ਪਕਵਾਨ ਗੁਰੂ ਸਾਹਿਬ ਜੀ ਨੇ ਤਿਆਰ ਕਰਵਾਏ, ਕਿਸ ਤਰੀਕੇ ਦੇ ਨਾਲ ਪੰਕਤਾਂ ਲੱਗੀਆਂ, ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਕਵਾਨ ਜਿਹੜੇ ਹਨ ਉਹ ਵਰਤਾਏ ਗਏ ਆਪਣੇ ਪਿਤਾ ਜੀ ਦਾ ਸ਼ਰਾਧ ਕਰਦਿਆਂ ਹੋਇਆਂ। ਜਾਨੀ ਕਿ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਸਾ ਕੀ ਵਾਰ ਦੇ ਅੰਦਰ ਇਸ ਸ਼ਰਾਧ ਵਰਗੇ ਕਰਮਕਾਂਡ ਦੇ ਉੱਤੇ ਚੋਟ ਕਰਦੇ ਹੋਣ, ਬਲਕਿ ਬਨਾਰਸ ਦੀ ਧਰਤੀ ਤੇ ਜਾ ਕੇ ਬਾਬੇ ਕਬੀਰ ਦੀ ਉਸ ਬਾਣੀ ਨੂੰ ਸਾਂਭ ਕੇ ਲੈ ਕੇ ਆਉਂਦੇ ਹੋਵਣ, ਜਿਸ ਬਾਣੀ ਦੇ ਅੰਦਰ ਬਾਬਾ ਕਬੀਰ ਇਹ ਗੱਲ ਕਹਿੰਦੇ ਹੋਵਣ ਵੀ ਜੀਵਤ ਪਿੱਤਰ ਨਾ ਮਾਨੈ ਕੋ, ਮੂਏ ਸ਼ਰਾਧ ਕਰਾਹੀ, ਪਿੱਤਰ ਪੀ ਬਪੜੇ ਕਹੋ ਕਿਉ ਪਾਵੇਂ, ਕਊਆ ਕੂਕਰ ਖਾਹੀ।
ਜਿਹੜੇ ਗੁਰੂ ਸਾਹਿਬ ਇਹ ਸੁਨੇਹਾ ਸੰਸਾਰ ਦੇ ਲੋਕਾਂ ਨੂੰ ਦਿੰਦੇ ਹੋਵਣ ਵੀ ਜਿਉਂਦੇ ਪਿਤਰਾਂ ਦੀ ਸੇਵਾ ਕਰੋ, ਜਿਉਂਦੇ ਬਜ਼ੁਰਗਾਂ ਦਾ ਸਨਮਾਨ ਕਰੋ, ਉਹਨਾਂ ਦੀ ਸੇਵਾ ਸੰਭਾਲ ਕਰੋ, ਮਰਨ ਤੋਂ ਬਾਅਦ ਉਹਨਾਂ ਦੇ ਨਾਮ ਦੇ ਉੱਤੇ ਕੀਤਾ ਹੋਇਆ ਦਾਨ ਪੁੰਨ, ਮਰਨ ਤੋਂ ਬਾਅਦ ਉਹਨਾਂ ਦੇ ਨਾਮ ਦੇ ਉੱਤੇ ਲਗਾਏ ਹੋਏ ਲੰਗਰ ਉਹਨਾਂ ਤੱਕ ਬਿਲਕੁਲ ਨਹੀਂ ਅੱਪੜਦੇ। ਜਿਹੜੇ ਗੁਰੂ ਨਾਨਕ ਪਾਤਸ਼ਾਹ ਇਹ ਸੁਨੇਹਾ ਸੰਸਾਰ ਦੇ ਲੋਕਾਂ ਨੂੰ ਦੇ ਰਹੇ ਹੋਵਣ, ਕਵੀ ਸੰਤੋਖ ਸਿੰਘ ਉਸੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਇਹ ਕਰਮਕਾਂਡ, ਇਹ ਸ਼ਰਾਧ ਦਾ ਕਰਮਕਾਂਡ ਜਿਹੜਾ ਹੈ ਕਰਵਾ ਰਿਹਾ ਹੈ। ਸ਼ਰਾਧ ਦੇ ਕਰਮਕਾਂਡ ਨੂੰ ਗੁਰਮਤਿ ਦੇ ਅੰਦਰ ਮਾਨਤਾ ਦਵਾ ਰਿਹਾ ਹੈ। ਇਸੇ ਦਾ ਨਤੀਜਾ ਅੱਜ ਲੋਕ 10ਵੀਂ ਦਾ ਸ਼ਰਾਧ ਜਿਹੜਾ ਹੈ ਗੁਰਪੁਰਬ ਜਾਣ ਕੇ ਮਨਾਉਂਦੇ ਹਨ। ਫਿਰ ਸੰਤੋਖ ਸਿੰਘ ਕਹਿੰਦਾ ਹੈ ਕਿ 9ਵੀਂ ਵਾਲੇ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਸਰੀਰ ਦੇ ਵਿੱਚ ਰਹੇ, ਸਿੱਖਾਂ ਨੂੰ ਮਿਲਦੇ ਰਹੇ, ਔਰ ਜਦੋਂ 10ਵੀਂ ਦਾ ਦਿਨ ਆਇਆ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਣ ਦੀ ਤਿਆਰੀ ਕਰ ਲਈ, ਔਰ ਉਸ ਦਿਨ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਦੂਸਰੀ ਵਾਰੀ ਸੁਨੇਹਾ ਭੇਜਿਆ, ਪਰ ਪੁੱਤਰ ਨੇ ਦੂਸਰੀ ਵਾਰੀ ਵੀ ਆਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜਿਸ ਤਰੀਕੇ ਦੇ ਨਾਲ 7ਵੀਂ ਵਾਲੇ ਦਿਨ ਝੂਠ ਬੋਲ ਕੇ ਗੁਰੂ ਸਾਹਿਬ ਸਾਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਸਨ, ਉਸੇ ਤਰੀਕੇ ਦੇ ਨਾਲ ਅੱਜ ਦੁਬਾਰਾ ਫਿਰ ਝੂਠ ਬੋਲ ਕੇ ਸਾਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਹਨ। ਜਿਵੇਂ 7ਵੀਂ ਵਾਲੇ ਦਿਨ ਉਹਨਾਂ ਨੇ ਆਪਣਾ ਸਰੀਰ ਨਹੀਂ ਸੀ ਤਿਆਗਿਆ, ਅੱਜ ਵੀ ਉਹਨਾਂ ਨੇ ਆਪਣਾ ਸਰੀਰ ਨਹੀਂ ਤਿਆਗਣਾ। ਤੋਂ ਪੁੱਤਰਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਅੱਗੇ, ਕਿਉਂਕਿ ਵੀਡੀਓ ਜ਼ਿਆਦਾ ਲੰਬੀ ਨਾ ਹੋ ਜਾਵੇ, ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਆਖੇ ਜਾਂਦੇ ਇਸ ਇਤਿਹਾਸਕ ਗ੍ਰੰਥ ਦੇ ਅੰਦਰ, ਜਿਸ ਨੂੰ ਸਾਡੇ ਬਹੁਤਾਤ ਪ੍ਰਚਾਰਕ ਆਪਣਾ ਇਤਿਹਾਸਕ ਸਰੋਤ ਮੰਨਦੇ ਹਨ, ਇਸ ਗ੍ਰੰਥ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਵਣ ਦਾ ਪ੍ਰਸੰਗ ਕਿਸ ਤਰੀਕੇ ਦੇ ਨਾਲ ਸੰਤੋਖ ਸਿੰਘ ਨੇ ਲਿਖਿਆ ਹੈ, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਅੰਤਮ ਸਮੇਂ ਦੀਆਂ ਰਸਮਾਂ ਹੋਈਆਂ, ਉਹ ਸਾਰਾ ਜ਼ਿਕਰ ਜਿਹੜਾ ਹੈ ਮੈਂ ਅਗਲੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।